ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਕਵਿਤਾ ਸਿੰਘ ਹਾਜ਼ਰ ਤੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਨੂੰ ਲੈ ਕੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਸਾਡੇ ਨਾਲ, ਜੋ ਸਾਡੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਸਾਡੀ ਮਦਦ ਕਰਨਗੇ ਜੀ। ਤੇ ਸਾਡੇ ਵਿਦਿਆਰਥੀ, ਸਾਡੇ ਦਰਸ਼ਕ ਨੰਬਰ ਨੋਟ ਜ਼ਰੂਰ ਕਰ ਸਕਦੇ ਨੇ ਜੀ। ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਤੁਸੀਂ ਜ਼ਰੂਰ ਲੈ ਸਕਦੇ ਹੋ, ਖਾਸ ਤੌਰ ਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ। ਸੋ ਆਪਣੀ ਪ੍ਰੋਫਾਈਲਸ ਦੀ ਅਸੈਸਮੈਂਟ ਦੇ ਵਾਸਤੇ ਤੁਸੀਂ ਇਹਨਾਂ ਦੇ ਆਫਿਸ ਜਦੋਂ ਵੀ ਵਿਜ਼ਿਟ ਕਰਨਾ ਜੀ, ਅਪਾਇੰਟਮੈਂਟ ਲੈ ਕੇ ਜਾਣਾ ਹੈਗਾ, ਜਾਂ ਫਿਰ ਤੁਸੀਂ ਆਨਲਾਈਨ ਪ੍ਰੋਸੈਸ ਜਿਹੜਾ ਹੈਗਾ ਉਹ ਵੀ ਕਰ ਸਕਦੇ ਹੋ। ਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ, ਕਿਉਂਕਿ ਦਿਸ ਇਜ਼ ਦਾ ਬੈਸਟ ਟਾਈਮ, ਜਿਸ ਤਰ੍ਹਾਂ ਅਸੀਂ ਲਾਸਟ ਸ਼ੋਅ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ ਕਿ ਸਟੂਡੈਂਟਸ ਦੇ ਵਾਸਤੇ ਬਹੁਤ ਹੀ ਵਧੀਆ ਜਿਹੜਾ ਟਾਈਮ ਹੈਗਾ ਹੁਣ ਕਿ ਤੁਸੀਂ ਅਪਲਾਈ ਕਰੋ ਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਤੇ ਫਿਲਹਾਲ ਜੀ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਉਹ ਬੇਸਿਕ ਇਨਫੋਰਮੇਸ਼ਨ, ਉਹ ਬੇਸਿਕ ਅਪਡੇਸ਼ਨ ਜਿਹੜੀ ਕਿ ਸਾਡੇ ਸਟੂਡੈਂਟਸ ਦੇ ਵਾਸਤੇ ਬਹੁਤ ਹੀ ਜ਼ਰੂਰੀ ਹੈ, ਚਾਹੇ ਉਹ CAQ ਨੂੰ ਲੈ ਕੇ ਹੋਵੇ, ਚਾਹੇ VFS ਦੇ ਓਪਨਸ ਹੋਣ ਨੂੰ ਲੈ ਕੇ ਹੋਵੇ, ਤੇ ਚਾਹੇ ਐਮਬੈਸੀ ਦੇ ਕੰਮ ਨੂੰ ਲੈ ਕੇ ਹੋਵੇ। ਸੋ ਸਭ ਤੋਂ ਪਹਿਲਾਂ ਸਰ ਵੈਲਕਮ ਟੂ ਦੀ ਸ਼ੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਸਰ, ਜਿੱਦਾਂ ਮੈਂ ਕਿਹਾ ਵੀ ਕੁਐਸਚਨਸ ਬਹੁਤ ਜ਼ਿਆਦਾ ਹੈਗੇ ਨੇ ਸਟੂਡੈਂਟਸ ਦੇ ਮਨਾਂ ਦੇ ਵਿੱਚ ਅੱਜ ਵੀ, ਚਾਹੇ ਆਨਲਾਈਨ ਪ੍ਰੋਸੈਸ ਵੀ ਚੱਲ ਰਹੇ ਨੇ, ਸਟੂਡੈਂਟਸ ਦੀਆਂ ਜਿਹੜੇ ਸਵਾਲ ਨੇ ਉਹ ਵੀ ਸਾਂਝੇ ਕਰਦੇ ਨੇ, ਬਟ ਸਟਿਲ ਹਾਲੇ ਵੀ ਚਾਹੇ VFS ਨੂੰ ਲੈ ਕੇ ਸਵਾਲ ਹੋਣ ਵੀ ਕਦੋਂ ਓਪਨ ਹੋਣਗੀਆਂ, ਕਦੋਂ ਉਹਨਾਂ ਦਾ ਜਿਹੜਾ ਕੰਮ ਹੈਗਾ ਕਿ ਕਦੋਂ ਅਸੀਂ ਫਿੰਗਰਪ੍ਰਿੰਟਸ ਆਪਣੇ ਦੇ ਸਕਦੇ ਹਾਂ ਉੱਥੇ, ਅਦਰ ਜਿਹੜੀਆਂ ਐਮਬੈਸੀਜ਼ ਹੈਗੀਆਂ ਨੇ ਉਹ ਕਦੋਂ ਆਪਣਾ ਕੰਮ ਕਿ ਪ੍ਰੋਪਰ ਤਰੀਕੇ ਨਾਲ ਕਰਨਾ ਸ਼ੁਰੂ ਕਰਨਗੀਆਂ ਤੇ ਉਹਨਾਂ ਦੇ ਵੀਜ਼ੇ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲ ਪਾਣਗੇ। ਸੀ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਆਪਣੇ ਕਾਲਜਸ ਤੋਂ ਸਟਾਰਟ ਹੁੰਦੇ ਆ। ਜਿਹੜਾ ਸਭ ਤੋਂ ਪਹਿਲਾ ਸਟੈਪ ਹੈਗਾ ਕਿਸੇ ਵੀ ਸਟੂਡੈਂਟ ਦਾ ਕੈਨੇਡਾ ਜਾਣ ਦਾ, ਉਹ ਹੈਗਾ ਕਾਲਜ ਤੋਂ। ਸੋ ਕਾਲਜ ਕਦੀ ਵੀ ਬੰਦ ਨਹੀਂ ਹੋਏ। ਸੋ ਲੋਕਡਾਊਨ ਦੇ ਦੌਰਾਨ ਵੀ ਆਫਰਸ ਆ ਰਹੀਆਂ ਸੀ, ਸਟੂਡੈਂਟਸ ਨੇ ਆਪਣੀ ਕਾਲਜ ਦੀ ਫੀਸ ਪੇ ਕੀਤੀ ਹੈ ਔਰ ਉੱਥੋਂ LOAs ਵੀ ਆਈਆਂ। ਸੋ ਜੇ ਤੁਸੀਂ ਆਈਲੈਟਸ ਕੀਤੀ ਹੋਈ ਹੈ, ਡੁਲਿੰਗੋ ਟੈਸਟ ਕੀਤਾ ਹੋਇਆ, PTE ਕੀਤੀ ਹੋਈ ਹੈ, ਜਾਂ ਤੁਹਾਡਾ ਕੇਸ ਕਿਸੇ ਪਹਿਲੀ ਵਾਰੀ ਰਿਫਿਊਜ਼ ਹੈ, ਦੂਜੀ ਵਾਰੀ ਰਿਫਿਊਜ਼ ਹੈ, ਜੇ ਤੁਹਾਡਾ ਕੇਸ ਕੋਈ ਵੀਕ ਕੇਸ ਹੈਗਾ, ਪਹਿਲਾਂ ਤੁਸੀਂ ਸੋਚ ਰਹੇ ਸੀ ਨਹੀਂ ਲਾਣਾ ਅਸੀਂ ਹੁਣ, ਤਾਂ ਆਹ ਟਾਈਮ ਬਿਲਕੁਲ ਸਹੀ ਟਾਈਮ ਹੈ। ਤੁਸੀਂ ਆਪਣਾ ਕੈਨੇਡਾ ਦਾ ਕੇਸ ਪ੍ਰੋਸੈਸ ਕਰੋ। ਆਫਰ ਲੈਟਰਸ 24 ਘੰਟੇ ਤੋਂ 48 ਘੰਟਿਆਂ ਦੇ ਅੰਦਰ ਸਰਕਾਰੀ ਕਾਲਜਾਂ ਦੀਆਂ ਆਫਰ ਲੈਟਰ ਆ ਰਹੀਆਂ ਨੇ। ਕੋਰਸਿਸ ਸਾਰੇ ਖੁੱਲ੍ਹੇ ਨੇ, ਡਿਸਕਾਊਂਟਸ ਵੀ ਦਿੱਤੇ ਜਾ ਰਹੇ ਨੇ। ਪਿਛਲੇ ਐਪੀਸੋਡ 'ਚ ਅਸੀਂ ਪੂਰਾ ਇਹਨਾਂ ਬਾਰੇ ਗੱਲ ਕੀਤੀ ਸੀ ਕਿ ਕੀ ਫਾਇਦੇ ਹੈਗੇ ਆ ਇਸ ਟਾਈਮ ਸਟੂਡੈਂਟ ਨੂੰ ਕੈਨੇਡਾ ਜਾਣ ਦੇ ਜੀ। ਸੋ ਆਫਰ ਲੈਟਰਸ ਆ ਰਹੀਆਂ ਨੇ, ਫਾਇਦੇ ਬੱਚੇ ਨੂੰ ਪਹੁੰਚਾਏ ਰਹੇ ਆ, ਜਲਦੀ ਆਫਰ ਲੈਟਰਸ ਆ ਰਹੀਆਂ, ਆਫਰ ਲੈਟਰਸ ਵੀ ਫ੍ਰੀ ਆਫ ਕਾਸਟ ਆ ਰਹੀਆਂ। ਤੁਸੀਂ ਅਪਲਾਈ ਕਰੋ, ਸੋਚਾਂ 'ਚ ਨਾ ਪਾਓ, ਕਿਉਂਕਿ ਜਿਹੜਾ ਇਹ ਟਾਈਮ ਹੈਗਾ ਇਹ ਦੁਬਾਰਾ ਮੁੜ ਕੇ ਨਹੀਂ ਆਉਣਾ। ਕਿਉਂਕਿ ਜਦੋਂ ਇੱਕ ਵਾਰੀ ਸਭ ਕੁਝ ਨੋਰਮਲ ਹੋ ਗਿਆ, ਬਾਰਡਰਸ ਖੁੱਲ੍ਹ ਗਏ, ਵੀਜ਼ਾ ਵੀ ਉਸ ਸਪੀਡ ਨਾਲ ਹੀ ਲੱਗਣੇ ਸ਼ੁਰੂ ਹੋ ਗਏ ਜਿਸ ਸਪੀਡ ਨਾਲ ਨਾਰਮਲੀ ਲੱਗਦੇ ਸੀ, ਤਾਂ ਰਸ਼ ਇੰਨਾ ਕੁ ਵੱਧ ਜਾਣਾ ਕਿ ਆਫਰ ਲੈਟਰ ਟਾਈਮ ਸਿਰ ਨਹੀਂ ਆਣੀ, ਵੀਜ਼ੇ ਨੂੰ ਟਾਈਮ ਲੱਗਣਾ, ਪ੍ਰੋਸੈਸ ਨੂੰ ਟਾਈਮ ਲੱਗਣਾ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਕਾਲਜ ਪੂਰੀ ਸਪੀਡ ਨਾਲ ਆਫਰ ਲੈਟਰਸ ਦੇ ਰਹੇ ਨੇ, ਤੁਸੀਂ ਆਪਣੀ ਟਿਊਸ਼ਨ ਫੀਸ ਜਮ੍ਹਾਂ ਕਰਵਾਓ ਜੀ। ਔਰ ਜੇ ਤੁਸੀਂ ਸਰਕਾਰੀ ਕਾਲਜ 'ਚ ਆਪਣੀ ਟਿਊਸ਼ਨ ਫੀਸ ਜਮ੍ਹਾਂ ਕਰਾਓਗੇ ਤਾਂ ਤੁਹਾਡੇ ਪੈਸੇ ਪੂਰੇ ਸੇਫ ਨੇ, ਤੁਹਾਡਾ ਪੈਸਾ ਕੋਈ ਵੀ ਖਰਾਬ ਨਹੀਂ ਹੋਏਗਾ। ਔਰ ਜੇ ਤੁਸੀਂ ਸਪਟੈਂਬਰ ਇਨਟੇਕ 'ਚ ਨਹੀਂ ਪੜ੍ਹਨਾ ਚਾਹੁੰਦੇ ਆਨਲਾਈਨ, ਤਾਂ ਤੁਸੀਂ ਡੈਫਰ ਲੈ ਸਕਦੇ ਹੋ ਜਨਵਰੀ ਇਨਟੇਕ ਦੀ। ਪਰ ਸੁਣਨ 'ਚ ਜਿਵੇਂ ਨਿਊਜ਼ ਆ ਰਹੀ ਹੈ ਕਿ ਬਹੁਤ ਜਲਦੀ ਹੀ ਇੰਟਰਨੈਸ਼ਨਲ ਫਲਾਈਟਾਂ ਵੀ ਖੁੱਲ੍ਹ ਸਕਦੀਆਂ ਨੇ, ਬਹੁਤ ਜਲਦੀ ਵੀ ਸਾਰੇ ਕੰਮ ਨਾਰਮਲ ਹੋ ਸਕਦੇ ਆ। ਜਿਵੇਂ ਕਿ ਮੇਰੀ ਨਾਇਗਰਾ ਕਾਲਜ ਨਾਲ ਗੱਲ ਹੋਈ ਪਰਸੋਂ, ਉਹਨਾਂ ਨਾਲ ਸਾਡੇ ਤੁਸੀਂ YouTube ਚੈਨਲ 'ਤੇ ਜਾਂ ਤੁਸੀਂ ਸਾਡੇ Facebook ਪੇਜ ਨੂੰ ਜੇ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਤੁਸੀਂ ਦੇਖ ਸਕਦੇ ਹੋਗੇ ਕਿ ਵੱਖ-ਵੱਖ ਕਾਲਜਾਂ ਦੇ ਨੁਮਾਇੰਦੇ ਸਾਡੇ ਨਾਲ ਰੂਬਰੂ ਹੋ ਰਹੇ ਆ ਥਰੂ Facebook ਲਾਈਵ ਤੇ YouTube ਲਾਈਵ। ਤੁਸੀਂ ਉਹ ਸ਼ੋਅ ਜ਼ਰੂਰ ਦੇਖੋ ਕਿ ਕਾਲਜਸ ਕੀ ਕਹਿ ਰਹੇ ਨੇ। ਜਿਵੇਂ ਮੇਰੀ ਵੈਂਕੂਵਰ 'ਚ ਯੂਨੀਵਰਸਿਟੀ ਕੈਨੇਡਾ ਵੈਸਟ ਦੇ ਨੁਮਾਇੰਦਿਆਂ ਨਾਲ ਗੱਲ ਹੋਈ, ਉਹਨਾਂ ਨੇ ਦੱਸਿਆ ਕਿ ਜੁਲਾਈ ਤੋਂ ਬਾਅਦ, ਐਂਡ ਆਫ ਜੁਲਾਈ 'ਚ ਕਾਲਜ ਖੋਲ੍ਹਣ ਦੀ, ਯੂਨੀਵਰਸਿਟੀ ਖੋਲ੍ਹਣ ਦੀ ਗੱਲ ਕਰ ਰਹੇ ਨੇ। ਸਟੂਡੈਂਟਸ ਆ ਸਕਣਗੇ, ਪ੍ਰੋਪਰਲੀ ਕੰਮ ਹੋ ਸਕੇਗਾ, ਕਿਉਂਕਿ ਜਿਹੜੀ ਕਰਵ ਹੈਗੀ ਸੀ ਨਾ ਕਰੋਨਾ ਵਾਇਰਸ ਦੀ ਕਰਵ ਸੀ, ਉਹ ਕੈਨੇਡਾ 'ਚ ਫਲੈਟ ਹੋ ਚੁੱਕੀ ਹੈ। ਕੇਸਿਸ ਵੱਧ ਨਹੀਂ ਰਹੇ ਆ ਬਟ ਘਟਣ ਦੀ ਦਦਾਰ 'ਤੇ ਆ। ਸੋ ਸਾਰੇ ਬਿਜ਼ਨਸਿਸ ਓਪਨ ਹੋ ਰਹੇ ਆ ਕੈਨੇਡਾ ਵਿੱਚ ਔਰ ਕਾਲਜਸ ਵੀ ਖੁੱਲ੍ਹ ਰਹੇ ਆ। ਔਰ ਜੇ ਤੁਸੀਂ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਸਹੀ ਸਮਾਂ, ਆਫਰਸ ਆ ਰਹੀਆਂ ਨੇ। ਫਿਰ ਅਸੀਂ ਗੱਲ ਕਰਾਂਗੇ, ਜਿਵੇਂ ਅਸੀਂ ਵੈਂਕੂਵਰ 'ਚ ਗੱਲ ਕੀਤੀ, ਉੱਦਾਂ ਹੀ ਮੇਰੀ ਓਨਟਾਰੀਓ ਵਿੱਚ ਵੀ ਨਾਇਗਰਾ ਕਾਲਜ ਨਾਲ ਗੱਲ ਹੋਈ। ਉਹਨਾਂ ਨੇ ਵੀ ਦੱਸਿਆ ਕਿ ਬਿਜ਼ਨਸਿਸ ਹੈਵ ਸਟਾਰਟਡ ਓਪਨਿੰਗ ਅਪ, ਦੇ ਆਰ ਗਿਵਿੰਗ ਸਕੋਲਰਸ਼ਿਪਸ ਟੂ ਫਿਊ ਸਟੂਡੈਂਟਸ। ਉਹਨਾਂ ਨੇ ਵੇਵ ਕਰਤੀ ਆਪਣੀ ਐਪਲੀਕੇਸ਼ਨ ਫੀਸ, ਔਰ ਆਫਰ ਲੈਟਰਸ ਆਰ ਆਲਸੋ ਦੇ ਆਰ ਗਿਵਿੰਗ ਇਨ 2 days। ਸੀ ਨਾਇਗਰਾ ਕਾਲਜ ਇੱਕ ਪਬਲਿਕ ਕਾਲਜ ਹੈ ਜਿਹੜਾ ਕਿ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਹੈ,
ਆਲਮੋਸਟ 14 ਮਿਲੀਅਨ ਵਿਜ਼ਿਟਰ ਹਰ ਸਾਲ ਨਾਇਗਰਾ ਸਿਟੀ 'ਚ ਆਉਂਦਾ, ਨਾਇਗਰਾ ਫਾਲਸ ਵਾਸਤੇ। US ਔਰ ਕੈਨੇਡਾ ਦੇ ਬਾਰਡਰ 'ਤੇ ਨਾਇਗਰਾ ਕਾਲਜ। ਜਦੋਂ ਪਹਿਲਾਂ ਅਸੀਂ ਆਫਰ ਲੈਟਰ ਅਪਲਾਈ ਕਰਦੇ ਸੀ 4 ਤੋਂ 5 ਹਫ਼ਤੇ ਲੱਗ ਜਾਂਦੇ ਸੀ ਆਫਰ ਲੈਟਰ ਆਉਣ ਲਈ। ਅੱਜ ਦੀ ਰੇਟ 'ਚ 2 ਦਿਨ 'ਚ ਆਫਰ ਮਿਲ ਰਹੀ ਹੈ ਨਾਇਗਰਾ ਕਾਲਜ ਤੋਂ। ਸੋ ਮੇਰੇ ਹਿਸਾਬ ਨਾਲ ਬਹੁਤ ਹੀ ਸਹੀ ਰਾਹ 'ਤੇ ਚੱਲ ਰਹੇ ਹਾਂ, ਔਰ ਬਿਲਕੁਲ ਸਟੂਡੈਂਟਸ ਵਾਸਤੇ ਇੱਕ ਬਹੁਤ ਵੱਡਾ ਕੀ ਕਹਿੰਦੇ ਨਿਊਜ਼ ਹੈਗੀ ਕਿ ਜਲਦੀ ਅਪਲਾਈ ਕਰੀਏ, ਆਫਰ ਲੈਟਰ ਲਈਏ ਅਤੇ ਆਪਣੀ ਫੀਸ ਜਮ੍ਹਾਂ ਕਰਾਈਏ। ਜੀ ਦੂਸਰੇ ਪਾਸੇ ਲੋਇਲਿਸਟ ਕਾਲਜ ਦੀ ਮੈਂ ਗੱਲ ਕਰਾਂ, ਸਰਕਾਰੀ ਕਾਲਜ, ਉਹਨਾਂ ਦਾ ਨਵਾਂ ਕੈਂਪਸ ਖੁੱਲਿਆ ਟੋਰਾਂਟੋ ਵਿੱਚ। ਐਪਲੀਕੇਸ਼ਨ ਫੀਸ ਵੇਵਡ ਹੈਗੀ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਇਹਨਾਂ ਸਾਰੇ ਕਾਲਜਿਸ ਦੇ ਤੁਸੀਂ ਜੇ ਲਾਈਵ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਤੁਸੀਂ ਲਾਈਕ ਕਰੋ, ਸਾਡੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ। ਜੇ ਆਪਣੇ ਕੇਸ ਦੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਤਾਂ info@landmarkimmigration.com 'ਤੇ ਆਪਣੇ ਡਾਕੂਮੈਂਟਸ ਭੇਜੋ, ਤਾਂ ਕਿ ਮੈਂ ਪਰਸਨਲੀ ਤੁਹਾਡੇ ਕੇਸ ਨੂੰ ਅਸੈਸ ਕਰਾਂਗਾ ਔਰ ਉੱਤੇ ਰਿਪਲਾਈ ਕਰਾਂਗਾ ਕਿ ਤੁਸੀਂ ਕਿਹੜੇ ਕਾਲਜ, ਕਿਹੜੇ ਕੋਰਸ, ਕਿਹੜੇ ਸਿਟੀ ਅਪਲਾਈ ਕਰੋ ਤਾਂ ਕਿ ਤੁਹਾਡੀ ਪ੍ਰੋਫਾਈਲ ਤੇ ਵੀਜ਼ਾ ਲੱਗ ਕੇ ਆ ਸਕੇ। ਅੱਛਾ ਸਰ, ਜਦੋਂ ਹੁਣ ਐਡਮਿਸ਼ਨ ਹੋ ਜਾਂਦੀ ਹੈ ਸਟੂਡੈਂਟ, ਉਸ ਤੋਂ ਬਾਅਦ ਵੀ ਦੇਰ ਆਰ ਸਮ ਫਾਰਮੈਲਿਟੀਜ਼ ਜਿਹੜੀਆਂ ਕਿ ਸਟੂਡੈਂਟਸ ਨੂੰ ਕੰਪਲੀਟ ਕਰਨੀਆਂ ਹੁੰਦੀਆਂ ਨੇ, ਚਾਹੇ ਪੁਲਿਸ ਵੈਰੀਫਿਕੇਸ਼ਨ ਹੈ ਜਾਂ ਫਿਰ ਜਦੋਂ ਮੈਡੀਕਲ ਵਗੈਰਾ ਕਰਵਾਉਣੇ ਹੈਗੇ ਨੇ। ਸੀ ਪਹਿਲੀ ਗੱਲ ਤਾਂ ਜਦੋਂ ਪਹਿਲੀ ਚੀਜ਼ ਆਉਂਦੀ ਹੈ ਆਫਰ ਲੈਟਰ ਕਾਲਜ ਤੋਂ। ਸੋ ਆਫਰ ਲੈਟਰ ਨੂੰ ਅਸੀਂ ਕਹੀਦਾ COA, ਕਨਫਰਮੇਸ਼ਨ ਆਫ ਐਕਸੈਪਟੈਂਸ, ਕਿ ਕਾਲਜ ਨੇ ਤੁਹਾਨੂੰ ਇੱਕ ਆਫਰ ਲੈਟਰ ਦੇ ਦਿੱਤੀ। ਕੁਝ ਕਾਲਜ ਕਹਿੰਦੇ ਆ ਕਿ ਇਹਨੂੰ ਸਾਈਨ ਕਰਕੇ ਵਾਪਸ ਭੇਜੋ, ਕੁਝ ਕਾਲਜ ਕਹਿੰਦੇ ਆ ਤੁਸੀਂ ਆਨਲਾਈਨ ਐਕਸੈਪਟ ਕਰੋ। ਸੋ COA ਤੇ ਜਦੋਂ ਅਸੀਂ ਸਾਈਨ ਕਰਦੇ ਆ ਤਾਂ ਜਾਂ ਅਸੀਂ ਆਨਲਾਈਨ ਐਕਸੈਪਟ ਕਰਦੇ ਆ ਕਿ ਮੈਂ ਇਹ ਆਫਰ ਲੈਟਰ ਐਕਸੈਪਟ ਕਰਦਾ ਔਰ ਮੈਂ ਬਹੁਤ ਜਲਦ ਫੀਸ ਜਮ੍ਹਾਂ ਕਰਾਵਾਂਗਾ, ਤਾਂ ਫਿਰ ਜਦੋਂ ਅਸੀਂ ਐਕਸੈਪਟ ਕਰਕੇ ਆਪਣੇ ਕਾਲਜ ਦੀ, ਕੋਈ ਅੱਜ ਕੱਲ੍ਹ ਬਹੁਤ ਸਾਰੇ ਕਾਲਜਸ ਹੈਗੇ ਆ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਤੁਸੀਂ $1500 ਦਿਓ। ਕੋਨਸਟੋਗਾ ਕਾਲਜ ਕਹਿੰਦਾ ਕਿ $1500 ਦਿਓ, ਆਪਣੀ ਸੀਟ ਬੁੱਕ ਕਰ ਲਓ। ਇੱਕ ਸਮੈਸਟਰ ਦੀ ਫੀਸ ਦਿਓ, ਤੁਸੀਂ ਆਪਣੀ ਸੀਟ ਬੁੱਕ ਕਰ ਲਓ। ਸੂ ਕਾਲਜ ਕਹਿ ਰਿਹਾ $2500 ਦਿਓ, ਤੁਸੀਂ ਆਪਣੀ ਸੀਟ ਬੁੱਕ ਕਰ ਲਓ। ਸੂ ਕਾਲਜ, ਸੋ ਇਹਨਾਂ ਸਾਰੇ ਕਾਲਜ ਜਦੋਂ ਪਹਿਲਾਂ ਆ ਗਈ ਸਾਡੀ COA, ਜਿਹਨੂੰ ਕਹਿੰਦੇ ਅਸੀਂ ਕਨਫਰਮੇਸ਼ਨ ਐਕਸੈਪਟੈਂਸ, ਅਸੀਂ ਸਾਈਨ ਕਰਕੇ ਵਾਪਸ ਭੇਜਿਆ ਜਾਂ ਆਨਲਾਈਨ ਐਕਸੈਪਟ ਕਰ ਲਿਆ। ਜਦੋਂ ਇਹ ਚੀਜ਼ ਅਸੀਂ ਐਕਸੈਪਟ ਕਰ ਲੈਂਦੇ ਉਸ ਤੋਂ ਬਾਅਦ ਅਸੀਂ ਟਿਊਸ਼ਨ ਫੀਸ ਜਮ੍ਹਾਂ ਕਰਾਉਂਦੇ ਹਾਂ, ਚਾਹੇ ਅਸੀਂ 1500 ਕਰਾਈਏ, 2500 ਕਰਾਈਏ, ਜਾਂ ਫਿਰ ਇੱਕ ਸਮੈਸਟਰ ਦੀਆਂ ਪੂਰੇ ਸਾਲ ਦੀ ਜਦੋਂ ਅਸੀਂ ਫੀਸ ਜਮ੍ਹਾਂ ਕਰਾ ਦਿੰਦੇ ਹਾਂ, ਸਾਨੂੰ ਆਉਂਦੀ ਹੈ LOA, ਲੈਟਰ ਆਫ ਐਕਸੈਪਟੈਂਸ। ਸੋ LOAs ਆ ਰਹੀਆਂ ਨੇ। ਸੋ LOA ਆਉਂਦੀ ਹੈ ਜਿਹੜੀ ਕਿ ਤੁਸੀਂ ਅੰਬੈਸੀ ਵਿੱਚ ਸਬਮਿਟ ਕਰਨੀ ਹੁੰਦੀ ਹੈ ਫੀ ਰਸੀਟ ਦੇ ਨਾਲ। ਸੋ ਇੱਦਾਂ ਦਾ ਕੋਈ ਕਨਸੈਪਟ ਨਹੀਂ ਹੈਗਾ ਕੈਨੇਡਾ ਸਟੱਡੀ ਵੀਜ਼ਾ 'ਚ ਕਿ ਜਿਹੜੀ ਟਿਊਸ਼ਨ ਫੀਸ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ। ਜਿਹੜੀ ਟਿਊਸ਼ਨ ਫੀਸ ਹੈ, ਚਾਹੇ ਉਹ 5 ਲੱਖ ਰੁਪਈਆ ਸਾਲ ਦੀ ਹੈ, ਚਾਹੇ ਉਹ 10 ਲੱਖ ਰੁਪਈਆ ਸਾਲ ਦੀ ਹੈ, ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਇੱਕ ਸਮੈਸਟਰ ਦੀ ਦੇਣੀ ਹੈ ਜਾਂ ਤੁਸੀਂ 2 ਸਮੈਸਟਰ ਦੀ ਦੇਣੀ ਹੈ। ਇੱਕ ਸਮੈਸਟਰ ਦੀ ਦਿੰਦੇ ਹੋ ਤਾਂ ਤੁਹਾਡੀ ਫਾਈਲ ਨਾਨ STS ਕੈਟਾਗਰੀ 'ਚ ਲੱਗਦੀ ਹੈ। ਜੇ 2 ਸਮੈਸਟਰ ਦੀ ਟਿਊਸ਼ਨ ਫੀਸ ਦਿੰਦੇ ਆ ਤਾਂ ਸਾਡੀ ਫਾਈਲ SDS ਕੈਟਾਗਰੀ 'ਚ ਲੱਗਦੀ ਹੈ, ਜੇ ਸਾਡੇ ਬੈਂਡ 6E 'ਚ ਹੈਗੇ ਨੇ। ਸੋ ਜਦੋਂ LOA ਆ ਜਾਂਦੀ ਹੈ ਤਾਂ ਸਟੂਡੈਂਟ ਖੁਲਾਉਂਦਾ ਇੱਕ GIC ਅਕਾਊਂਟ, ਸੋ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ। ਉਹਦੇ ਵਿੱਚ ਵੀ ਸਾਨੂੰ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ ਵੀਜ਼ਾ ਲੱਗਣ ਤੋਂ ਪਹਿਲਾਂ। ਮੈਂ ਇਹ ਸਾਰੀਆਂ ਗੱਲਾਂ ਇਸ ਲਈ ਕਹਿ ਰਿਹਾ, ਕਈ ਵਾਰੀ ਸਟੂਡੈਂਟ ਸਾਨੂੰ ਫੋਨ ਕਰਦਾ ਕਿ ਸਰ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਮੈਨੂੰ ਕਿਸੇ ਨੇ ਕਿਹਾ, ਪਰ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਜਿਹੜੀ ਟਿਊਸ਼ਨ ਫੀਸ ਹੈ, ਜੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋ ਅਪਲਾਈ ਕਰੋਗੇ ਵੀਜ਼ਾ ਲੱਗਣ ਤੋਂ ਪਹਿਲਾਂ ਦੇਣੀ ਪਏਗੀ। ਜਿਹੜੀ GIC ਦੇ ਪੈਸੇ ਆ ਉਹ ਤੁਹਾਨੂੰ ਹੀ ਵੀਜ਼ਾ ਲੱਗਣ ਤੋਂ ਪਹਿਲਾਂ ਦੇਣੇ ਪੈਣਗੇ, ਕਿਉਂਕਿ ਜਿਹੜੀਆਂ ਇਹ ਫਾਰਮੈਲਿਟੀਜ਼ ਹੈ ਇਹ ਸਾਰੀਆਂ ਪੂਰੀਆਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲੈਣਾ ਚਾਹੁੰਦੇ ਹੋ। ਸੋ GIC ਅਸੀਂ ਕਰਾਉਂਦੇ ਹਾਂ ਤਾਂ ਮੈਡੀਕਲ ਕਰਾਉਣ ਦੀ ਜ਼ਰੂਰਤ ਪੈਂਦੀ ਹੈ, ਔਰ ਮੈਡੀਕਲ ਹੋਣੇ ਸਟਾਰਟ ਹੋ ਚੁੱਕੇ ਨੇ। 15 ਮਈ ਤੋਂ ਮੈਡੀਕਲ ਹੋਣੇ ਸਟਾਰਟ ਹੋ ਚੁੱਕੇ ਸੀ। ਡਾਕਟਰਸ ਅਪਾਇੰਟਮੈਂਟ ਦੇ ਰਹੇ ਨੇ, ਤੁਸੀਂ ਆਪਣਾ ਮੈਡੀਕਲ ਕਰਾ ਸਕਦੇ ਹੋ, ਕਿਉਂਕਿ ਪਹਿਲਾਂ OPD ਵੀ ਬੰਦ ਸੀ, ਹਸਪੀਟਲਸ 'ਚ OPD ਬੰਦ ਹੈਗਾ ਸੀ, ਹੁਣ OPD ਓਪਨ ਹੋ ਚੁੱਕਿਆ ਔਰ ਤੁਸੀਂ ਆਪਣਾ ਮੈਡੀਕਲ ਕਰਾ ਸਕਦੇ ਹੋ। ਔਰ ਜਦੋਂ ਤੁਸੀਂ ਆਪਣੀ ਫਾਈਲ ਅਪਲੋਡ ਕਰਦੇ ਹੋ ਉਹਦੇ ਵਿੱਚ LOA, ਫੀ ਰਸੀਟ, GIC ਸਰਟੀਫਿਕੇਟ, ਮੈਡੀਕਲ, ਇਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। IELTS, ਐਕੈਡੈਮਿਕ ਕੁਆਲੀਫਿਕੇਸ਼ਨ, ਪਾਸਪੋਰਟ। ਸੋ ਇਹ ਸਾਰੇ ਡਾਕੂਮੈਂਟ ਤੁਹਾਡੀ ਫਾਈਲ 'ਚ ਆਨਲਾਈਨ ਅਪਲੋਡ ਹੁੰਦੇ ਆ। ਆਫਲਾਈਨ ਕੋਈ ਵੀ ਫਾਈਲ ਅੱਜ ਦੀ ਡੇਟ 'ਚ ਕੈਨੇਡਾ ਐਮਬੈਸੀ ਐਕਸੈਪਟ ਨਹੀਂ ਕਰ ਰਹੀ ਜੀ। ਆਨਲਾਈਨ ਸਾਰੇ ਡਾਕੂਮੈਂਟ ਤੁਸੀਂ ਅਪਲੋਡ ਕਰਦੇ ਹੋ, ਫਿਰ ਬਚਦਾ ਬਾਇਓਮੈਟ੍ਰਿਕ। ਜੀ ਅਸੀਂ ਅਗਲਾ ਕੁਐਸਚਨ ਵੀ ਇਸੇ ਚੀਜ਼ ਤੇ ਬਾਇਓਮੈਟ੍ਰਿਕ ਤੇ ਹੀ ਲੈ ਲੈਂਦੇ ਹਾਂ, VFS ਤੇ ਕੁਐਸਚਨ ਲੈ ਲੈਂ ਕਿ ਬਾਇਓਮੈਟ੍ਰਿਕ ਜਦੋਂ ਬਚ ਜਾਂਦੇ ਨੇ ਤੇ ਕੈਨੇਡਾ ਹਾਈ ਕਮਿਸ਼ਨ ਨੇ ਅਪਡੇਸ਼ਨ ਦਿੱਤੀ ਕਿ 90 ਦਿਨ ਤੁਹਾਡੇ ਕੋਲ ਹੈਗੇ ਆ ਬਾਇਓਮੈਟ੍ਰਿਕ ਕਰਾਉਣ ਦੇ। ਤੁਸੀਂ ਆਪਣੀਆਂ ਫਾਈਲਾਂ ਅਪਲੋਡ ਕਰੋ, ਕਿਊ ਵਿੱਚ ਲੱਗੋ। ਜੇ ਤੁਸੀਂ ਆਪਣੀ ਫਾਈਲ ਅਪਲੋਡ ਨਹੀਂ ਕਰੋਗੇ ਤਾਂ ਤੁਸੀਂ ਕਿਊ ਵਿੱਚ ਨਹੀਂ ਹੋ।
ਔਰ ਜੇ ਤੁਸੀਂ ਕਿਊ ਵਿੱਚ ਨਹੀਂ ਹੋ ਤਾਂ ਵੀਜ਼ਾ ਕਿੱਥੋਂ ਲੱਗ ਕੇ ਆਏਗਾ। ਸੋ ਇਹ ਸਾਰਾ ਕੰਮ ਕਰਨਾ ਹੈ ਆਪਾਂ। ਜੇ ਤੁਸੀਂ ਅੱਜ ਦੀ ਡੇਟ 'ਚ ਘਰ ਬੈਠੇ ਹੋ, ਇਹ ਸਾਰੀਆਂ ਫਾਰਮੈਲਿਟੀਆਂ ਵੀਜ਼ਾ ਲੱਗਣ ਤੋਂ ਪਹਿਲਾਂ ਕਰਨੀਆਂ। ਬਾਇਓਮੈਟ੍ਰਿਕ ਤਾਂ ਐਂਡ 'ਚ ਆਉਣਾ। ਜੇ ਤੁਸੀਂ ਘਰ ਬੈਠੇ ਸੋਚ ਰਹੇ ਹੋ ਕਿ ਮੈਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹੈ ਤਾਂ ਇਹ ਸਾਰਾ ਕੰਮ ਕਰਨਾ ਹੈ। ਆਫਰ ਲੈਟਰ ਮੰਗਾਣੀ ਹੈ, ਫੀਸ ਦੇਣੀ ਹੈ, GIC ਅਕਾਊਂਟ ਖੁਲਾਉਣਾ, ਉਹਦੇ ਪੈਸੇ ਜਮ੍ਹਾਂ ਕਰਾਣੇ ਹੈ, ਮੈਡੀਕਲ ਕਰਾਉਣਾ ਹੈ, ਆਪਣੇ ਡਾਕੂਮੈਂਟ ਸਾਰੇ ਇਕੱਠੇ ਕਰਨੇ ਆ, ਔਰ ਆਨਲਾਈਨ ਫਾਈਲ ਲਗਾਉਣੀ ਹੈ। ਇਹ ਮੈਂ ਸਾਰੇ ਪ੍ਰੋਸੈਸ ਦੀ ਗੱਲ ਕਰਾਂਗੇ। ਜੇ ਅਸੀਂ ਬਹੁਤ ਤੇਜ਼ ਕਰਦੇ ਹਾਂ ਨਾ ਤਾਂ ਵੀ 45 ਦਿਨ ਲੱਗ ਜਾਂਦੇ ਆ। ਠੀਕ ਹੈ। ਔਰ ਜੇ ਅੱਜ ਐਮਬੈਸੀ ਸਲੋ ਕੰਮ ਕਰ ਰਹੀ ਹੈ, ਔਰ ਜਦੋਂ ਐਮਬੈਸੀ ਫਾਸਟ ਕੰਮ ਕਰਨਾ ਸ਼ੁਰੂ ਹੋ ਜਾਏਗੀ, ਔਰ ਫਰਸਟ ਕਮ ਫਰਸਟ ਸਰਵ ਬੇਸਿਸ ਤੇ ਰਿਜ਼ਲਟਸ ਆਣਗੇ। ਔਰ ਜੇ ਤੁਸੀਂ ਅੱਜ ਵੀ ਘਰੇ ਬੈਠੇ ਸੋਚ ਰਹੇ ਹੋ ਕਿ ਮੈਂ ਆਪਣੀ ਫਾਈਲ ਨਹੀਂ ਲਾਣੀ, ਜਦੋਂ ਸਭ ਕੁਝ ਨਾਰਮਲ ਹੋ ਜਾਏਗਾ ਮੈਂ ਉਦੋਂ ਆਪਣੀ ਫਾਈਲ ਲਾਵਾਂਗਾ, ਮੇਰੇ ਹਿਸਾਬ ਨਾਲ ਤੁਸੀਂ ਬਹੁਤ ਵੱਡੀ ਭੁੱਲ ਕਰ ਰਹੇ ਹੋ। ਕਿਉਂਕਿ ਜਦੋਂ ਸਭ ਕੁਝ ਨਾਰਮਲ ਹੋ ਗਿਆ ਤਾਂ ਇੰਨਾ ਰਸ਼ ਹੋ ਜਾਣਾ, ਬਹੁਤ ਜ਼ਿਆਦਾ ਰਸ਼ ਹੋ ਜਾਣਾ, ਆਫਰ ਲੈਟਰ ਆਣੀ ਔਖੀ ਹੋ ਜਾਣੀ ਹੈ, ਡਿਸਕਾਊਂਟਸ ਤਾਂ ਛੱਡੋ, ਪੂਰੀ ਫੀਸ ਕਾਲਜਸ ਨੂੰ ਭਰਨੀ ਪੈਣੀ ਹੈ, ਜਿਹੜੀ ਅੱਜ ਦੀ ਡੇਟ 'ਚ ਕੁਝ ਕਾਲਜਸ ਡਿਸਕਾਊਂਟ ਦੇ ਰਹੇ ਨੇ। ਜਦੋਂ ਸਭ ਕੁਝ ਨਾਰਮਲ ਹੋ ਗਿਆ ਤਾਂ ਰਿਜ਼ਲਟਸ 'ਚ ਡਿਲੇ ਤਾਂ ਰਹਿਣਾ ਹੀ ਰਹਿਣਾ। ਸੋ ਮੰਨ ਕੇ ਚੱਲੋ ਕਿ 3 ਮਹੀਨੇ ਬਾਅਦ ਫਾਈਲ 'ਤੇ ਰਿਜ਼ਲਟ ਆਏਗਾ। ਔਰ ਜੇ ਤੁਹਾਡੀ ਫਾਈਲ ਤਿਆਰ ਹੈ ਤਾਂ ਉਹਨੂੰ ਲੌਜ ਕਰੋ। ਲੈਂਡਮਾਰਕ ਇਮੀਗ੍ਰੇਸ਼ਨ ਸਾਰੀਆਂ ਫਾਈਲਾਂ ਲੌਜ ਕਰ ਰਹੇ ਆ ਐਮਬੈਸੀ ਵਿੱਚ। ਜੇ ਬਾਇਓਮੈਟ੍ਰਿਕਸ ਹੈਗੇ ਆ, ਜਿਹੜੇ ਕੁਝ ਸਟੂਡੈਂਟਸ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਪਹਿਲਾਂ ਰਿਫਿਊਜ਼ਲ ਆ ਚੁੱਕੀ ਸੀ, ਸੋ ਉਹਨਾਂ ਦੇ ਬਾਇਓਮੈਟ੍ਰਿਕ ਹੁੰਦੇ ਆ। ਐਂਡ ਬਾਇਓਮੈਟ੍ਰਿਕ ਇਜ਼ ਵੈਲਿਡ ਫॉर 10 ਇਅਰਸ। ਰਾਈਟ। ਸੋ ਜਿਹੜੇ ਤੁਹਾਡੀ ਫਾਈਲ ਪਹਿਲਾਂ ਰਿਫਿਊਜ਼ ਸੀ, ਤੁਸੀਂ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਾਇਆ ਸੀ, ਤੁਸੀਂ ਆਪਣੀ ਫਾਈਲ ਲੌਜ ਕਰੋ। ਤੁਹਾਨੂੰ ਬਾਇਓਮੈਟ੍ਰਿਕਸ ਵੀ ਨਹੀਂ ਚਾਹੀਦੇ, ਕੁਝ ਵੀ ਨਹੀਂ ਚਾਹੀਦਾ, ਤੁਸੀਂ ਆਪਣੀ ਰੀਫਾਈਲਿੰਗ ਕਰੋ ਔਰ ਵੀਜ਼ਾ ਲੱਗਣ ਦੇ ਬਹੁਤ ਅੱਛੇ ਚਾਂਸ ਹੈ। ਔਰ ਜੇ ਅਸੀਂ VFS ਦੀ ਗੱਲ ਕਰੀਏ ਤਾਂ VFS ਜਿਵੇਂ ਸੁਣਨ 'ਚ ਆ ਰਿਹਾ ਕਿ ਮਾਲਸ ਖੁੱਲ੍ਹਣ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ, ਤਾਂ VFS ਵੀ ਖੁੱਲ੍ਹੇ ਜਾਣ ਦੀ ਪੂਰੀ ਉਮੀਦ ਹੈ ਇਸ ਮਹੀਨੇ ਵਿੱਚ। ਪਰ ਜਿਹੜੇ ਕੁਛ ਨੋਰਮਸ ਹੋਣਗੇ, ਜਿਹੜੇ ਹਾਈ ਕਮਿਸ਼ਨ ਵੱਲੋਂ ਉਹਨਾਂ ਨੂੰ ਆਉਣਗੇ, ਉਹਨਾਂ ਨੂੰ ਫੋਲੋ ਕਰਨੇ ਪੈਣਗੇ। ਸੋ ਸਾਨੂੰ ਪੂਰੀ ਉਮੀਦ ਹੈ ਕਿ VFS ਇਸ ਮਹੀਨੇ ਖੁੱਲ੍ਹਣੇ ਚਾਹੀਦੇ ਆ। ਪਰ ਜੋ ਪ੍ਰੋਸੈਸ ਸਾਡਾ ਹੈਗਾ ਉਹ ਅਸੀਂ ਉਹ ਕਰਕੇ ਰੱਖੀਏ। ਜੀ ਬਿਲਕੁਲ। ਅੱਛਾ, SDS ਐਂਡ ਨੌਨ SDS ਇਹ ਚੀਜ਼ਾਂ ਮੈਟਰ ਕਰਨਗੀਆਂ ਐਮਬੈਸੀ ਨੂੰ ਜਾਂ ਫਿਰ ਸਟੂਡੈਂਟਸ ਦੇ ਵਾਸਤੇ ਮਾਇਨੇ ਰੱਖਦੀਆਂ ਨੇ? ਸੀ ਮੈਟਰ ਕਰਨਗੀਆਂ ਨਹੀਂ ਕਰਨਗੀਆਂ, ਇਹ ਵੀਜ਼ਾ ਟ੍ਰੈਂਡ ਤੋਂ ਪਤਾ ਲੱਗੇਗਾ ਜਦੋਂ ਬਹੁਤ ਹੀ ਜ਼ਿਆਦਾ ਵੱਡੇ ਲੈਵਲ ਤੇ ਵੀਜ਼ਾ ਆਉਣੇ ਸ਼ੁਰੂ ਹੋ ਜਾਣਗੇ। ਪੂਰਾ ਫੁੱਲ ਫਲੈਜ ਐਮਬੈਸੀ ਕੰਮ ਕਰਨਾ ਸ਼ੁਰੂ ਕਰ ਦੇਗੀ। ਹੋਪਫੁਲੀ ਬਾय ਦ ਐਂਡ ਆਫ ਦਿਸ ਮੰਥ ਮੈਨੂੰ ਲੱਗਦਾ ਕਿ ਐਮਬੈਸੀ ਫੁੱਲ ਫਲੈਜ ਕੰਮ ਕਰਨਾ ਸ਼ੁਰੂ ਕਰ ਦੇਗੀ। ਪਰ ਜੇ ਅਸੀਂ ਵੀਜ਼ਾ ਟ੍ਰੈਂਡ ਦੀ ਗੱਲ ਕਰੀਏ, ਵੀਜ਼ਾ ਟ੍ਰੈਂਡ ਇੱਦਾਂ ਹੈ ਕਿ ਸਾਲ ਦਾ 4.5 ਲੱਖ ਬੱਚੇ ਦਾ ਟਾਰਗੇਟ ਸੀ 2020 ਚ। ਅੱਛਾ। ਕੈਨੇਡਾ ਹਾਈ ਕਮਿਸ਼ਨ ਦਾ, ਔਰ ਸਿਰਫ 35 ਤੋਂ 37 ਹਜ਼ਾਰ ਬੱਚੇ ਨੂੰ ਹੀ ਵੀਜ਼ਾ ਮਿਲਿਆ ਜਨਵਰੀ ਔਰ ਫੈਬਰੀ ਚ ਵਰਲਡ ਓਵਰ। ਸੋ 4.5 ਲੱਖ ਬੱਚੇ ਨੂੰ ਜਦੋਂ ਵੀਜ਼ਾ ਦੇਣਾ ਉਹਨਾਂ ਨੇ, $22 ਬਿਲੀਅਨ ਦੀ ਇੰਡਸਟਰੀ ਹੈ, 1,65,000 ਕਰੋੜ ਦੀ ਇੰਡਸਟਰੀ ਹੈ ਇੰਟਰਨੈਸ਼ਨਲ ਸਟੂਡੈਂਟ। ਸੋ ਮੈਨੂੰ ਨਹੀਂ ਲੱਗਦਾ ਕਿ ਨੌਨ SDS ਔਰ SDS ਮੈਟਰ ਕਰੇਗਾ। ਫਿਊਚਰ ਵਿੱਚ ਸਾਰੇ ਹੀ ਸਟੂਡੈਂਟਸ ਨੂੰ ਵੀਜ਼ਾ ਮਿਲਣੇ ਚਾਹੀਦੇ ਆ, 6 ਈਚ ਵਾਲਿਆਂ ਨੂੰ ਤੇ ਓਵਰਆਲ 6 ਵਾਲਿਆਂ ਨੂੰ। ਮੈਂ ਇਹ ਨਹੀਂ ਕਹਿ ਰਿਹਾ ਕਿ ਵਿਦਆਊਟ ਆਈਲੈਟਸ ਤੇ 5.5 ਬੈਂਡ ਵਾਲਿਆਂ ਨੂੰ। ਓਵਰਆਲ 5.5 ਬੈਂਡ ਵਾਲੇ ਜਾਂ ਵਿਦਆਊਟ ਆਈਲੈਟਸ ਵਾਲਿਆਂ ਨੂੰ ਮੈਂ ਕਹਾਂਗਾ ਕਿ ਡਿਊਲਿੰਗੋ ਟੈਸਟ ਦਿਓ, PTE ਦਿਓ, ਫਿਰ ਆਪਣੀ ਫਾਈਲ ਤੁਸੀਂ ਲਾ ਸਕਦੇ ਹੋ ਅੰਡਰ ਨੌਨ SDS ਕੈਟੇਗਰੀ। ਪਰ ਓਵਰਆਲ 6 ਬੈਂਡ ਜਿਨ੍ਹਾਂ ਦੇ 1 ਮੋਡਿਊਲ 'ਚ ਜਾਂ 2 ਮੋਡਿਊਲ 'ਚ 5.5 ਬੈਂਡ ਹੈ, ਉਹ ਬਿਲਕੁਲ ਆਪਣੀ ਫਾਈਲ ਲਗਾ ਸਕਦੇ ਆ। 6 ਈਚ ਵਾਲੇ ਸਟੂਡੈਂਟ ਬਿਲਕੁਲ ਆਪਣੀ ਫਾਈਲ ਲਗਾ ਸਕਦੇ ਆ, ਜਾਂ ਹੋਰ ਜ਼ਿਆਦਾ ਬੈਂਡ ਹੈ ਉਹ ਸਾਰੇ ਆਪਣੀ ਫਾਈਲ ਲਗਾ ਸਕਦੇ ਆ। ਸੋ ਫਿਊਚਰ ਵਿੱਚ ਇਹਨਾਂ ਸਾਰੇ ਬੱਚਿਆਂ ਨੂੰ ਵੀਜ਼ਾ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈ। ਕਿਉਂਕਿ ਜੇ ਅਸੀਂ ਦੇਖੀਏ ਕਿ ਉਹ 4.5 ਲੱਖ ਦਾ ਟਾਰਗੇਟ ਜਿਹੜਾ ਹੁੰਦਾ, ਜਿਹੜਾ ਕੈਨੇਡਾ ਨੇ ਸੈੱਟ ਕੀਤਾ ਸੀ, ਪਿਛਲੇ 3 ਸਾਲਾਂ ਦਾ ਟ੍ਰੈਂਡ ਇਹ ਹੈ ਕਿ ਹਰ ਸਾਲ 15 ਤੋਂ 20% ਜ਼ਿਆਦਾ ਵੀਜ਼ਾ ਦਿੱਤੇ ਗਏ ਆ। ਪਹਿਲਾਂ 3.5 ਲੱਖ ਵੀਜ਼ਾ ਦਿੱਤਾ ਗਿਆ 2018 ਚ, 2019 ਚ 4 ਲੱਖ ਵੀਜ਼ਾ ਦਿੱਤਾ ਗਿਆ। ਸੋ ਇਸ ਸਾਲ ਐਕਸਪੈਕਟੇਸ਼ਨ ਸੀ ਕਿ 4.5 ਲੱਖ ਵੀਜ਼ਾ ਦਿੱਤਾ ਜਾਏਗਾ, ਕਿਉਂਕਿ ਇਮੀਗ੍ਰੈਂਟਸ ਜਾਂ ਸਟੂਡੈਂਟਸ ਬਹੁਤ ਵੱਡਾ ਰੋਲ ਪਲੇ ਕਰਦੇ ਆ, ਨਾ ਕਿ ਸਿਰਫ ਇਕੋਨਮੀ 'ਚ ਪਰ ਕੈਨੇਡਾ ਦੀ ਜਿਹਨੂੰ ਕਹਿੰਦੇ ਆ ਮੂਵਮੈਂਟ ਨੂੰ, ਕੈਨੇਡਾ ਕੰਟਰੀ ਨੂੰ ਚਲਾਉਣ ਲਈ ਬਹੁਤ ਹੀ ਵੱਡਾ ਰੋਲ ਪਲੇ ਕਰਦੇ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਕੈਨੇਡਾ ਦੀ ਆਬਾਦੀ ਹੈ ਉਹ 3 ਕਰੋੜ 70 ਲੱਖ ਹੈ, ਸਿਰਫ 3 ਕਰੋੜ 70 ਲੱਖ ਹੈ। ਔਰ ਉਹਦੇ ਵਿੱਚੋਂ 45% ਜਿਹੜੀ ਪੋਪੂਲੇਸ਼ਨ ਹੈ ਉਹ ਓਲਡ ਏਜ ਹੈ, ਅਬਵ 50 ਦੀ ਏਜ ਤੋਂ ਹੈਗੀ ਹੈ। ਔਰ ਕਾਫੀ ਲੋਕ ਇੱਦਾਂ ਦੇ ਆ ਜਿਹੜੇ ਰਿਟਾਇਰ ਹੋਣ ਵਾਲੇ ਆ। ਸੋ ਉਹਨਾਂ ਨੂੰ ਪੂਰੀ ਆਪਣਾ ਕੰਟਰੀ ਚਲਾਉਣ ਲਈ ਇਮੀਗ੍ਰੈਂਟਸ ਦੀ ਬਹੁਤ ਜ਼ਿਆਦਾ ਲੋੜ ਹੈ, ਨਾ ਕਿ ਸਿਰਫ ਇੰਟਰਨੈਸ਼ਨਲ ਐਜੂਕੇਸ਼ਨ ਦਾ ਬਿਜ਼ਨਸ ਹੀ ਸਿਰਫ ਉਹਨਾਂ ਨੂੰ ਮੈਟਰ ਕਰਦਾ ਹੈ। ਟੂ ਰਨ देयर ਕੰਟਰੀ ਸਮੂਥਲੀ ਦੇ ਨੀਡ ਇੰਟਰਨੈਸ਼ਨਲ ਸਟੂਡੈਂਟ ਐਂਡ ਦੇ ਨੀਡ PR। ਸੋ ਫਿਊਚਰ ਵਿੱਚ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ CRS ਸਕੋਰ
ਡਾਊਨ ਜਾਣ ਦੀ ਪੂਰੀ ਜਿਹੜੋ ਪੀਆਰ ਵਾਲੇ ਐਪਲੀਕੇਸ਼ਨਸ ਹੈ ਉਹ ਵੀ ਲੋ ਜਾ ਸਕਦਾ ਕਿਉਂਕਿ ਇੰਨੀਆਂ ਐਪਲੀਕੇਸ਼ਨਸ ਹੀ ਨਹੀਂ ਹੈਗੀਆਂ ਜਿਹੜੀਆਂ ਅਪਲੋਡ ਹੋਈਆਂ ਹੋਣ ਐਕਸਪ੍ਰੈਸ ਐਂਟਰੀ ਦੇ ਦੌਰਾਨ। ਸੋ ਸਾਰਿਆਂ ਲਈ ਹੀ ਫਿਊਚਰ ਅੱਛਾ ਹੈਗਾ, ਜ਼ਰੂਰ ਔਖਾ ਟਾਈਮ ਹੈਗਾ, 2-3 ਮਹੀਨੇ 4 ਮਹੀਨੇ 5 ਮਹੀਨੇ ਅਸੀਂ ਕੱਟ ਰਹੇ ਹਾਂ ਔਖਾ ਟਾਈਮ, ਪਰ ਸਾਰੀ ਦੁਨੀਆ ਹੀ ਇਹਦੇ ਦੌਰ 'ਚੋਂ ਬੀਤ ਰਹੀ ਹੈ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਪੋਜ਼ਿਟਿਵ ਰਹਿ ਕੇ ਟਾਈਮ 'ਚੋਂ ਨਿਕਲੀਏ ਔਰ ਆਪਣਾ ਜਿਹੜਾ ਵੀ ਸੁਪਨਾ ਦੇਖਿਆ ਅਸੀਂ ਕੈਨੇਡਾ ਪੜ੍ਹਨ ਜਾਣ ਦਾ, ਕੈਨੇਡਾ 'ਚ ਪੀਆਰ ਲੈਣ ਦਾ ਜਾਂ ਕਿਸੇ ਵੀ ਕੰਟਰੀ ਘੁੰਮਣ ਜਾਣ ਦਾ, ਉਹ ਜ਼ਰੂਰ ਪੂਰਾ ਹੋਏਗਾ। ਲੈਟ ਦਿਸ ਟਾਈਮ ਪਾਸ ਜੀ। ਅੱਛਾ, ਐਜ਼ ਯੂਰ ਐਕਸਪੀਰੀਅੰਸ ਤੁਸੀਂ ਦੇਖਦੇ ਹੋ ਵੀ ਸਟੂਡੈਂਟਸ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਫਿਰ ਕਿਸ ਪ੍ਰੋਵਿੰਸ ਦੇ ਜਿਹੜੇ ਵੀਜ਼ਾ ਜਿਹੜੇ ਹੈਗੇ ਨੇ ਉਹ ਜ਼ਿਆਦਾ ਨਿਕਲ ਕੇ ਆਉਂਦੇ ਨੇ? ਸੀ ਇੱਦਾਂ ਨਹੀਂ ਅਸੀਂ ਕੁਝ ਕਹਿੰਦੇ ਕਿ ਕਿਹੜੇ ਪ੍ਰੋਵਿੰਸ 'ਚ ਵੀਜ਼ਾ ਜ਼ਿਆਦਾ ਆ ਸਕਦੇ ਆ ਜਾਂ ਕਿੱਦਾਂ ਨਹੀਂ ਆਉਂਦੇ, ਪਰ ਜ਼ਰੂਰ ਪਿੱਛੇ ਮੈਂ ਸਾਰੇ ਸਟੂਡੈਂਟਸ ਨੂੰ ਗਾਈਡ ਕਰਦਾ ਰਿਹਾ ਬਿਫੋਰ ਕਰੋਨਾ ਵਾਇਰਸ ਕਿ ਅਟਲਾਂਟਿਕ ਪ੍ਰੋਵਿੰਸਿਸ 'ਚ ਬਹੁਤ ਅੱਛਾ ਸਕੋਪ ਹੈਗਾ ਜੀ। RNIP ਦੇ ਅੰਡਰ ਵੀ ਬਹੁਤ ਅੱਛਾ ਸਕੋਪ ਹੈਗਾ। ਰੀਜਨਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਦੇ ਦੌਰਾਨ ਵੀ 11 ਸ਼ਹਿਰਾਂ ਨੂੰ ਸਿਲੈਕਟ ਕੀਤਾ ਗਿਆ, ਬਹੁਤ ਅੱਛਾ ਸਕੋਪ ਹੈਗਾ। ਸਸਕੈਚੁਅਨ SINP ਦੇ ਅੰਡਰ, ਸਸਕੈਚੁਅਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਅੰਡਰ ਸਸਕੈਚੁਅਨ ਪ੍ਰੋਵਿੰਸ 'ਚ ਵੀ ਬਹੁਤ ਅੱਛਾ ਸਕੋਪ ਹੈ ਸਟੂਡੈਂਟਸ ਦਾ ਪੜ੍ਹ ਕੇ ਸੈਟਲ ਹੋਣ ਦਾ। ਅਲਬਰਟਾ 'ਚ ਵੀ ਬਹੁਤ ਅੱਛਾ ਸਕੋਪ ਹੈ ਸਟੂਡੈਂਟਸ ਦਾ ਪੜ੍ਹ ਕੇ ਸੈਟਲ ਹੋਣ ਦਾ। ਤੁਸੀਂ ਦੇਖੋ ਜਿਹੜੀ ਮੇਨ ਮਨਪਸੰਦ ਸ਼ਹਿਰ ਹੈਗੇ ਆ ਉਹ 2 ਹੀ ਆ ਸਟੂਡੈਂਟ ਦੇ, ਟੋਰਾਂਟੋ ਤੇ ਵੈਂਕੂਵਰ। ਪਰ ਜੇ ਕੋਈ ਸਟੂਡੈਂਟ ਇੱਦਾਂ ਦੇ ਵੀ ਆਉਂਦੇ ਜਿਹੜੇ ਵੱਡੇ ਸ਼ਹਿਰਾਂ 'ਚ ਨਹੀਂ ਜਾਣਾ ਚਾਹੁੰਦੇ, ਵੀਜ਼ਾ ਸਕਸੈਸ ਰੇਟ ਵੀ ਜ਼ਿਆਦਾ ਮੈਂ ਤੁਹਾਨੂੰ ਕਹਾਂਗਾ ਕਿ ਉਹਨਾਂ ਸ਼ਹਿਰਾਂ ਦਾ ਹੁੰਦਾ ਜਿੱਥੇ ਸਟੂਡੈਂਟ ਘੱਟ ਜਾਂਦੇ ਆ। ਸੋ ਜੇ ਤੁਸੀਂ ਗੱਲ ਕਰੋ ਕਿ ਟੋਰਾਂਟੋ ਔਰ ਵੈਂਕੂਵਰ 2 ਮਨਪਸੰਦ ਲੋਕੇਸ਼ਨਸ ਹੈਗੀਆਂ, ਤੁਸੀਂ ਗੱਲ ਅਪਲਾਈ ਕਰ ਸਕਦੇ ਹੋ। ਟੋਰਾਂਟੋ ਵੈਂਕੂਵਰ 'ਚ ਬਹੁਤ ਸਾਰੀਆਂ ਸੀਟਾਂ ਅਵੇਲੇਬਲ ਹੈ ਰਾਈਟ ਨਾਓ। ਪਰ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ PR ਜਲਦੀ ਲਈਏ, ਸੋ ਜਿੱਥੇ ਜ਼ਿਆਦਾ ਰਸ਼ ਹੋਏਗਾ ਉੱਥੇ PR ਵੀ ਲੇਟ ਮਿਲੇਗੀ। ਸੋ ਜੇ ਤੁਸੀਂ ਕਹਿੰਦੇ ਹੋ ਕਿ ਮੈਨੂੰ PR ਜਲਦੀ ਚਾਹੀਦੀ ਹੈ ਔਰ ਮੈਂ ਕਿਸੇ ਇੱਦਾਂ ਜਗ੍ਹਾ ਜਾ ਸਕਦਾ, ਤਾਂ ਸਸਕੈਚੁਅਨ ਪੋਲੀਟੈਕਨਿਕ ਜਿਹੜਾ ਕਿ ਸਸਕਾਟੂਨ ਔਰ ਰਜਾਈਨਾ ਸ਼ਹਿਰ 'ਚ ਹੈਗਾ, ਜਿਹਦੇ 3 ਕੈਂਪਸ ਹੈ, ਸਸਕਾਟੂਨ, ਰਜਾਈਨਾ ਐਂਡ ਮੂਸ ਜੌ। ਸਸਕੈਚੁਅਨ ਪੋਲੀਟੈਕਨਿਕ ਬਹੁਤ ਹੀ ਅੱਛੀ ਆਪਸ਼ਨ ਬਣਦੀ ਹੈ ਸਟੂਡੈਂਟਸ ਵਾਸਤੇ ਪੜ੍ਹਨ ਜਾਣ ਵਾਸਤੇ। ਯੂਨੀਵਰਸਿਟੀ ਆਫ ਰਜਾਈਨਾ ਬਹੁਤ ਵਧੀਆ ਆਪਸ਼ਨ ਹੈ ਸਟੂਡੈਂਟਸ ਲਈ ਸਸਕੈਚੁਅਨ 'ਚ ਪੜ੍ਹਨ ਜਾਣ ਵਾਸਤੇ, ਕਿਉਂਕਿ SINP ਦੇ ਵਿੱਚ ਅੰਡਰ ਆ ਕੇ ਅਸੀਂ PR ਬਹੁਤ ਹੀ ਜਲਦ ਲੈ ਸਕਦੇ ਹਾਂ, ਜਿਹੜਾ ਕਿ ਸਭ ਤੋਂ ਈਜ਼ੀਅਰ ਪ੍ਰੋਗਰਾਮ ਹੈ। ਫਿਰ ਅਸੀਂ ਕਹੀਏ ਅਟਲਾਂਟਿਕ ਪ੍ਰੋਵਿੰਸਿਸ ਵਿੱਚ ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ, ਯੂਨੀਵਰਸਿਟੀ ਆਫ ਨਿਊ ਬਰੂਨਜ਼ਵਿਕ, ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ ਆਈਲੈਂਡ, ਕੇਪ ਬ੍ਰਿਟਨ ਯੂਨੀਵਰਸਿਟੀ, ਸੇਂਟ ਫਰਾਂਸਿਸ ਜ਼ੇਵੀਅਰ ਯੂਨੀਵਰਸਿਟੀ। ਸੋ ਇਹ ਸਾਰੀਆਂ ਯੂਨੀਵਰਸਿਟੀ ਆ ਜਾਂਦੀਆਂ ਅਟਲਾਂਟਿਕ ਪ੍ਰੋਵਿੰਸਿਸ ਵਿੱਚ ਔਰ ਕਾਲਜਿਸ ਆ ਜਾਂਦੇ ਆ। ਤੁਸੀਂ ਇਹਨਾਂ 'ਚ ਅਪਲਾਈ ਕਰ ਸਕਦੇ ਹੋ ਕਿਉਂਕਿ ਇੱਥੇ ਵੀ ਫਿਊਚਰ ਬਹੁਤ ਅੱਛਾ ਰਹੇਗਾ, ਬਹੁਤ ਵਧੀਆ ਰਹੇਗਾ ਔਰ PR ਜਲਦੀ ਮਿਲਣ ਦੇ ਪੂਰੇ ਚਾਂਸਸ ਹੈਗੇ ਆ ਜੀ। ਸੋ ਜੇ ਅਸੀਂ ਗੱਲ ਕਰੀਏ ਅਸੀਂ ਅਲਬਰਟਾ ਵਿੱਚ ਵੀ, ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਅੰਡਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਬਹੁਤ ਅੱਛਾ ਫਿਊਚਰ ਹੈ ਔਰ ਅਲਬਰਟਾ 'ਚ ਵੀ ਬਹੁਤ ਅੱਛੇ ਕਾਲਜਿਸ ਹੈਗੇ ਆ ਜਿੱਥੇ ਤੁਸੀਂ ਪੜ੍ਹਨ ਜਾ ਸਕਦੇ ਹੋ। ਲਿਮਿਟਿਡ ਸੀਟਸ ਹੈ, ਨਾਰਕਵੈਸਟ ਕਾਲਜ ਐਡਮਿੰਟਨ 'ਚ ਲਿਮਿਟਿਡ ਸੀਟਸ ਹੈ, ਬੇਸ਼ੱਕ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਜੇ ਅਸੀਂ ਗੱਲ ਕਰਾਂ ਮੈਂ SINP, AINP ਐਂਡ RNIP ਰੀਜਨਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਕਿ ਕੁਝ ਛੋਟੇ ਸ਼ਹਿਰ ਇੱਦਾਂ ਦੇ ਸਿਲੈਕਟ ਕੀਤੇ ਗਏ ਕੈਨੇਡਾ ਸਰਕਾਰ ਵੱਲੋਂ ਜਿੱਥੇ ਉਹਨਾਂ ਨੇ ਰੀਜਨਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਕਿ ਛੋਟੇ ਸ਼ਹਿਰ ਜਿਨ੍ਹਾਂ 'ਚ ਉਹਨਾਂ ਨੂੰ ਡਿਵੈਲਪ ਕਰਨਾ ਚਾਹੁੰਦੇ ਆ, ਜਿਹਦੇ ਵਿੱਚ ਸੂ ਸੇਂਟ ਮੈਰੀ, ਓਨਟਾਰੀਓ ਦੀ ਗੱਲ ਕਰ ਰਹੇ ਹਾਂ, ਓਨਟਾਰੀਓ ਪ੍ਰੋਵਿੰਸ ਜਿੱਥੇ ਟੋਰਾਂਟੋ ਸ਼ਹਿਰ ਹੈ ਉਹਦੇ ਵਿੱਚ ਸੂ ਸੇਂਟ ਮੈਰੀ ਨੂੰ ਸਿਲੈਕਟ ਕੀਤਾ ਗਿਆ ਜਿੱਥੇ ਸੂ ਕਾਲਜ ਔਰ ਅਲਗੋਮਾ ਯੂਨੀਵਰਸਿਟੀ ਹੈਗਾ। ਟਿਮਿਨਸ ਵਿੱਚ ਨਾਰਦਰਨ ਕਾਲਜ ਹੈ, ਟਿਮਿਨਸ ਸ਼ਹਿਰ ਨੂੰ ਸਿਲੈਕਟ ਕੀਤਾ ਗਿਆ। ਸਡਬਰੀ ਵਿੱਚ, ਜਿਹਨੂੰ ਕਹਿੰਦੇ ਆ ਸਡਬਰੀ ਵਿੱਚ ਕੈਂਬਰੀਅਨ ਕਾਲਜ ਔਰ ਲਾਰੈਂਸ਼ੀਅਨ ਯੂਨੀਵਰਸਿਟੀ ਹੈ, ਉਹਨੂੰ ਵੀ ਸਿਲੈਕਟ ਕੀਤਾ ਗਿਆ ਜਿੱਥੇ PR ਜਲਦੀ ਮਿਲੇਗੀ ਜੀ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ, ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰਦੇ ਹੋ, ਗੱਲ ਕਰਦੇ ਹੋ, ਅਸੀਂ ਤੁਹਾਨੂੰ ਐਕਸਪਲੇਨ ਕਰਾਂਗੇ ਔਰ ਅਸੀਂ ਵੀ ਇਹ ਦੇਖ ਕੇ ਤੁਹਾਨੂੰ ਕੰਟਰੀ ਸਿਟੀ ਕੋਰਸ ਗਾਈਡ ਕਰਾਂਗੇ ਜਿੱਥੇ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਜ਼ਿਆਦਾ ਹੋਣਗੇ। ਅੱਛਾ, ਮੈਂ ਇੱਕ ਚੀਜ਼ ਨੋਟ ਕਰਦੀ ਹਾਂ ਜਸਮੀਤ ਸਰ ਕਿ ਸਟੂਡੈਂਟਸ ਨਾ ਅਟਰੈਕਟ ਜਲਦੀ ਹੋ ਜਾਂਦੇ ਨੇ, ਜਿਹੜਾ ਕੋਈ ਉਹਨਾਂ ਨੂੰ ਕੁਝ ਜ਼ਿਆਦਾ ਵਧੀਆ ਕੁਝ ਅੱਗੇ ਉਹਨਾਂ ਨੂੰ ਦਿੰਦਾ ਹੈ, ਲਾਈਕ ਕਿ ਹਾਂਜੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਜਿੱਦਾਂ ਹੁਣ ਤੁਸੀਂ ਕਿਹਾ ਵੀ ਅਸੀਂ ਫੀਸ ਜਿਹੜੀ ਹੈ ਉਹ ਪਹਿਲਾਂ ਲੈਂਦੇ ਹਾਂ ਰਾਈਟ, ਪਰ ਜਿਹੜਾ ਕੰਸਲਟੈਂਟਸ ਜਿਹੜੇ ਕਹਿ ਰਹੇ ਨੇ ਜੀ ਫੀਸ ਵੀ ਤੁਸੀਂ ਆਫਟਰ ਵੀਜ਼ਾ ਪੇ ਕਰੋ। ਸੋ ਸਟੂਡੈਂਟ ਜਿਹੜੇ ਉਸ ਚੀਜ਼ ਵੱਲ ਜ਼ਿਆਦਾ ਅਟਰੈਕਟ ਹੁੰਦੇ ਨੇ, ਉਹਦੇ ਵਿੱਚ ਤੁਹਾਨੂੰ ਕਿਤਨਾ ਕਿਤੇ ਲਾਸ ਹੁੰਦਾ ਸੀ। ਲਾਸ ਦੀ ਗੱਲ ਨਹੀਂ ਹੈਗੀ ਸੀ। ਲੈਂਡਮਾਰਕ ਇਮੀਗ੍ਰੇਸ਼ਨ ਅਸੀਂ 13 ਸਾਲ ਤੋਂ ਚਲਾ ਰਹੇ ਹਾਂ। ਅਸੀਂ 13 ਸਾਲ ਤੋਂ ਸਾਡੀ ਕੋਸ਼ਿਸ਼ ਇਹੀ ਹੈਗੀ ਹੈ ਕਿ 100% ਜੈਨੂਇਨ ਵੀਜ਼ਾ ਗਾਈਡੈਂਸ ਦਿੱਤੀ ਜਾਏ ਹਰ ਸਟੂਡੈਂਟ ਨੂੰ।
ਸੋ ਸਾਡੇ 13 ਸਾਲ ਦੇ ਐਕਸਪੀਰੀਅੰਸ 'ਚ ਸਾਨੂੰ ਬਹੁਤ ਕੁਝ ਅਸੀਂ ਦੇਖਿਆ, ਬਹੁਤ ਸਾਰੀਆਂ ਕੰਪਨੀਆਂ 'ਚ ਬਹੁਤ ਸਾਰੀਆਂ ਸਕੀਮਸ ਬਾਰੇ ਅਸੀਂ ਦੇਖਦੇ ਆਏ ਹਾਂ, ਬਹੁਤ ਤਰ੍ਹਾਂ ਦੀ ਐਡਵਰਟੀਜ਼ਮੈਂਟ ਦੇਖਦੇ ਆਏ ਹਾਂ। ਇਹ ਸ਼ੋਅ ਦੇ ਦੌਰਾਨ ਵੀ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਇੱਕ ਸਹੀ ਗਾਈਡੈਂਸ ਦੇ ਸਕੀਏ ਇੱਕ ਸਟੂਡੈਂਟ ਨੂੰ, 100% ਟਰਾਂਸਪੇਰੈਂਸੀ ਰੱਖ ਸਕੀਏ ਹਰ ਸਟੂਡੈਂਟ ਦੇ ਨਾਲ, ਸਟੂਡੈਂਟ ਨੂੰ ਪੂਰਾ ਗਾਈਡ ਕਰ ਸਕੀਏ ਕਿ ਕਿਸ ਢੰਗ ਨਾਲ ਕੇਸ ਲੱਗਦਾ। ਅੱਜ ਦੀ ਡੇਟ 'ਚ 13 ਸਾਲ ਪਹਿਲਾਂ ਸ਼ਾਇਦ ਇੰਨਾ ਗੂਗਲ ਐਕਟਿਵ ਨਹੀਂ ਹੈਗਾ ਸੀ, ਇੰਨਾ ਸੋਸ਼ਲ ਮੀਡੀਆ ਐਕਟਿਵ ਨਹੀਂ ਹੈਗਾ ਸੀ। ਅੱਜ ਦੀ ਡੇਟ 'ਚ ਹਰ ਇਨਫੋਰਮੇਸ਼ਨ ਆਨਲਾਈਨ ਹੈਗੀ ਹੈ। ਤੁਸੀਂ ਦੇਖੋ ਗੂਗਲ ਤੇ ਸਰਚ ਕਰੋ ਕਿ ਕੈਨੇਡਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਕੀ ਹੈ, ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਕੈਨੇਡਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਉਹ 'ਚ ਫੀਸ ਵੀ ਪਹਿਲਾਂ ਜਾਂਦੀ ਹੈ, GIC ਦੇ ਪੈਸੇ ਵੀ ਪਹਿਲਾਂ ਜਾਂਦੇ ਆ, ਔਰ ਜੇ ਫਿਰ ਵੀ ਤੁਹਾਨੂੰ ਆਕਰਸ਼ਕ ਐਡ ਦੇਖ ਕੇ ਤੁਸੀਂ ਗਲਤ ਤਰੀਕੇ ਆਪਣਾ ਕੇਸ ਲਾ ਬੈਠਦੇ ਹੋ ਤਾਂ ਮੈਨੂੰ ਲੱਗਦਾ ਜਿੰਨੀ ਕੁ ਉਸ ਕੰਸਲਟੈਂਟ ਦੀ ਗਲਤੀ ਹੈ ਉਨੀ ਤੁਹਾਡੀ ਵੀ ਗਲਤੀ ਹੈ ਜੇ ਤੁਸੀਂ ਆਪਣਾ ਕੇਸ ਮਿਸਗਾਈਡ ਹੋ ਲਗਾ ਲੈਂਦੇ ਹੋ। ਔਰ ਜੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ ਤੁਹਾਨੂੰ ਤਾਂ ਤੁਸੀਂ ਆਪਣੇ ਫਿਊਚਰ ਨਾਲ ਖਿਲਵਾੜ ਕਰ ਰਹੇ ਹੋ। ਜੀ ਅੱਛਾ, ਇੱਕ ਹੁੰਦਾ ਹੈ ਸਟੂਡੈਂਟ ਦੀ ਕਿ ਹਾਂਜੀ ਰਿਫਿਊਜ਼ਲ ਆਈ ਹੈ ਬਿਕਾਜ਼ ਉਹਦੇ ਡਾਕੂਮੈਂਟਸ ਦੇ ਵਿੱਚ ਕੋਈ ਗੜਬੜ ਸੀਗੀ, ਜਾਂ ਫਿਰ ਕਹਿ ਸਕਦੇ ਵੀ ਚਲੋ ਉਹਦੇ ਉਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਪਾਇਆ, ਬਟ ਦੇयर ਇਜ਼ ਵਨ ਕੈਟੇਗਰੀ ਜਿਹੜੀ ਰਿਫਿਊਜ਼ ਹੋਈ ਹੈ ਕਿ ਉਹਨਾਂ ਨੇ ਇਹਨਾਂ ਆਫਰਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ, ਇਸ ਕਰਕੇ ਰਿਜੈਕਟ ਹੋ ਗਏ। ਬਿਲਕੁਲ, ਦੇਖੋ ਰਿਫਿਊਜ਼ਲ ਸਾਡੇ ਕੋਲ ਇਦਾਂ ਦੇ ਵੀ ਸਟੂਡੈਂਟ ਆਉਂਦੇ ਆ ਜਿਨ੍ਹਾਂ ਕੋਲ ਰਿਫਿਊਜ਼ਲ ਲੈਟਰ ਹੀ ਨਹੀਂ ਹੁੰਦੀ, ਕੇਸ ਰਿਫਿਊਜ਼ ਹੋ ਗਿਆ ਪਰ ਪਤਾ ਹੀ ਨਹੀਂ ਕਿ ਫਾਈਲ 'ਚ ਲੱਗਾ ਕੀ ਸੀ। ਠੀਕ ਹੈ, ਠੀਕ ਹੈ। ਸੋ ਤੁਸੀਂ ਇਹ ਦੇਖਣਾ ਕਿ ਫਾਈਲ 'ਚ ਸਾਰੇ ਡਾਕੂਮੈਂਟ ਲੱਗੇ ਹੋਣੇ ਜ਼ਰੂਰੀ ਆ, ਤੁਹਾਡੇ ਜਿਹੜੇ ਫਾਰਮਸ ਅਪਲੋਡ ਹੋਏ ਆ, ਤੁਹਾਡੀ ਪਰਸਨਲ ਇਨਫੋਰਮੇਸ਼ਨ ਫਾਰਮਸ ਔਰ ਫੈਮਿਲੀ ਇਨਫੋਰਮੇਸ਼ਨ ਫਾਰਮ ਆਨਲਾਈਨ ਅਪਲੋਡ ਹੁੰਦਾ, ਉਹਦੇ 'ਚ ਕੀ ਇਨਫੋਰਮੇਸ਼ਨ ਭਰੀ ਗਈ ਹੈ ਤੁਹਾਡੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਹਾਡੇ ਸਟੇਟਮੈਂਟ ਆਫ ਪਰਪਸ 'ਤੇ ਲਿਖਿਆ ਜਾਂਦਾ ਕਿ ਮੈਂ 6 ਮਹੀਨੇ ਦੀ ਫੀਸ ਦਿੱਤੀ ਹੈ ਕਿ ਮੈਂ ਸਾਲ ਦੀ ਫੀਸ ਦਿੱਤੀ ਹੈ। देयर इज नो ਰੂਲ ਆਫ ਕਾਲਜ ਯੂਨੀਵਰਸਿਟੀ ਵੀ ਤੁਸੀਂ ਆਫਟਰ ਜਿਹੜਾ ਫੀਸ ਪੇ ਕਰ ਸਕਦੇ ਹੋ। ਬਿਲਕੁਲ ਵੀ ਇਦਾਂ ਦਾ ਕੋਈ ਰੂਲ ਨਹੀਂ ਹੈਗਾ। ਕੈਨੇਡਾ ਸਟੱਡੀ ਵੀਜ਼ਾ 'ਚ ਕਾਲਜ ਦੀ ਫੀਸ ਪਹਿਲਾਂ ਜਾਂਦੀ ਹੈ ਔਰ GIC ਜਿਹੜਾ ਹੈਗਾ ਉਹ ਵੀ ਪਹਿਲਾਂ ਹੀ ਦੇਣਾ ਪੈਂਦਾ। ਸੋ ਜੇ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਤੁਸੀਂ SOP 'ਚ ਵੀ ਲਿਖਦੇ ਹੋ ਕਿ ਮੇਰੇ ਕੋਲ ਸਫੀਸ਼ੀਐਂਟ ਫੰਡਸ ਹੈਗੇ ਆ, ਇੰਨੇ ਪੈਸੇ ਮੈਂ ਕਾਲਜ ਨੂੰ ਦਿੱਤੇ ਆ ਔਰ ਇੰਨੇ ਪੈਸੇ ਮੈਂ GIC ਦੇ ਦਿੱਤੇ ਆ, ਤਾਂ ਹੀ ਮੈਂ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਰਿਹਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜਸਮੀਤ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੇ ਇਸ ਸ਼ੋਅ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਵਾਸਤੇ। ਧੰਨਵਾਦ। ਤੇ ਇਸੇ ਦੇ ਨਾਲ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ, ਤੇ ਨੈਕਸਟ ਟਾਈਮ ਫੇਰ ਮੁਲਾਕਾਤ ਕਰਦੇ ਹਾਂ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਤੁਹਾਡੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ। ਬਟ ਫਿਲਹਾਲ ਟਾਈਮ ਜੀ ਆਨਲਾਈਨ ਅਪਲਾਈ ਕਰਨ ਦਾ, ਜਿੰਨੀ ਜਲਦੀ ਅਪਲਾਈ ਕਰਾਂਗੇ ਓਨੀ ਜਲਦੀ ਸਾਡੀ ਵਾਰੀ ਜਿਹੜੀ ਹੈ ਨਾ ਪਹਿਲਾਂ ਐਮਬੈਸੀ ਦੇ ਵਿੱਚ ਆ ਜਾਣੀ ਹੈ। ਸੋ ਇਸ ਕਰਕੇ ਆਪਣਾ ਕੈਨੇਡਾ ਜਾਣ ਦਾ ਜਿਹੜਾ ਸੁਪਨਾ ਜੀ ਉਹਨੂੰ ਇੱਕ ਰਾਈਟ ਕੰਸਲਟੈਂਟ ਦੇ ਥਰੂ ਜ਼ਰੂਰ ਪੂਰਾ ਕਰਨ ਦੇ ਵਿੱਚ ਆਈ ਐਮ ਸ਼ੋਰ ਕਿ ਤੁਹਾਡਾ ਜਿਹੜਾ ਸੁਪਨਾ ਹੈਗਾ ਉਹ ਜ਼ਰੂਰ ਪੂਰਾ ਹੋਏਗਾ। ਤੇ ਅਗਲੀ ਵਾਰ ਫੇਰ ਮੁਲਾਕਾਤ ਕਰਦੇ ਹਾਂ, ਆਪਣਾ ਖਿਆਲ ਰੱਖੋ ਤੇ ਸਾਡੇ ਸਟੂਡੈਂਟਸ ਦੇ ਨਾਲ ਵੀ ਮੁਲਾਕਾਤ ਜਿਹੜੀ ਹੈ ਜੀ ਉਹ ਜ਼ਰੂਰ ਕਰ ਲੈਂਦੇ ਹਾਂ। ਕੀ ਕਹਿਣਾ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਦੇ ਬਾਰੇ, ਆਓ ਵੇਖਦੇ ਹਾਂ। Hello everyone, my name is Lavish Arora and I have got a golden opportunity to talk about my visa that I got near about 80% in my 12th and I scored overall 6.5, not less than 5.5 band in my IELTS. After biometric I got my visa within 9 days and it was a very good news for me, and overall experience with Landmark was very nice to me. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਭਜੋਤ ਕੌਰ ਹੈ ਅਤੇ ਮੈਂ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹਾਂ। ਮੈਂ ਗ੍ਰੈਜੂਏਸ਼ਨ 2018 ਦੇ ਵਿੱਚ ਕੰਪਲੀਟ ਕੀਤੀ ਸੀ ਤੇ ਉਸ ਤੋਂ ਬਾਅਦ ਮੇਰਾ 1 ਈਅਰ ਦਾ ਗੈਪ ਵੀ ਸੀ। ਥੈਂਕ ਯੂ ਸੋ ਮਚ ਲੈਂਡਮਾਰਕ ਦੀ ਪੂਰੀ ਟੀਮ ਨੇ ਜਿਨ੍ਹਾਂ ਨੇ ਮੇਰਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਤੇ ਮੇਰੇ ਓਵਰਆਲ 6.5 ਬੈਂਡ ਸੀ, ਨਾਟ ਦੈਨ 6। ਥੈਂਕ ਯੂ ਸੋ ਮਚ ਲੈਂਡਮਾਰਕ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਹੁਲ ਸ਼ਰਮਾ, ਮੈਂ ਖੰਨਾ ਦਾ ਰਹਿਣ ਵਾਲਾ ਹਾਂ। ਮੇਰੇ ਆਇਲਸ ਵਿੱਚ 7 ਬੈਂਡ ਸਕੋਰ ਓਵਰਆਲ ਆਏ ਸੀ ਤੇ ਕਿਸੇ 'ਚ ਵੀ 6 ਤੋਂ ਘੱਟ ਨਹੀਂ ਸੀ। ਐਂਡ ਮੇਰੀ ਪ੍ਰੀਵੀਅਸ ਸਟੱਡੀਜ਼ ਜਿਹੜੀਆਂ ਹੈਗੀਆਂ ਨੇ ਉਹ 2019 ਵਿੱਚ +2 ਕਲੀਅਰ ਆਊਟ ਕੀਤੀ ਹੈ ਮੈਂ ਵਿਦ 70% ਮਾਰਕਸ। ਐਂਡ ਮੈਂ ਲੈਂਡਮਾਰਕ ਦੀ ਐਡਵਰਟੀਜ਼ਮੈਂਟਸ ਬਹੁਤ ਦੇਖੀਆਂ, ਸੋ ਮੈਂ ਇਹਨਾਂ ਨੂੰ ਅਪਰੋਚ ਕੀਤਾ ਐਂਡ ਇਹਨਾਂ ਨਾਲ ਮੈਂ ਫਿਰ ਆਪਣਾ ਫਾਈਲਿੰਗ ਦਾ ਕੰਮ ਸਟਾਰਟ ਕੀਤਾ। ਸੋ ਮੈਂ ਨਾਰਦਰਨ ਕਾਲਜ ਵਿੱਚ ਅਪਲਾਈ ਕੀਤਾ ਐਂਡ ਸੈਪਟੈਂਬਰ ਇਨਟੇਕ ਦੇ ਲਈ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ। ਥੈਂਕ ਯੂ ਲੈਂਡਮਾਰਕ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।